परमात्मा किसी भी रूप ਦੇ ਵਿੱਚ ਇਨਸਾਨ ਦੇ ਸਾਹਮਣੇ ਆ ਜਾਂਦਾ ਹੈ। ਅਸਲ ਵਿੱਚ ਇਨਸਾਨ ਵੀ परमात्मा ਦਾ ਹੀ ਰੂਪ ਹੈ। ਅੱਜ ਇੱਕ ਐਸੀ ਵਿਚਿੱਤਰ ਅਨੋਖੀ ਘਟਨਾ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਕਿ ਤੁਹਾਨੂੰ परमात्मा ਦੇ ਰੰਗਾਂ ਦੇ ਪ੍ਰਤੱਖ ਦਰਸ਼ਨ ਹੋ ਜਾਣਗੇ ਅਤੇ परमात्मा ਕਿਤੇ ਦੂਰ ਨਹੀਂ, ਇਹ ਵੀ ਗੱਲ ਸਾਫ਼ ਹੋ ਜਾਵੇਗੀ। ਇਹ ਘਟਨਾ ਲੁਧਿਆਣਾ ਦੇ ਵਿੱਚ ਰਹਿੰਦੇ ਸੁਰਜੀਤ ਕੁਮਾਰ ਜੀ ਨੇ ਸਾਂਝੀ ਕੀਤੀ ਕਿ ਕਿਵੇਂ ਇੱਕ ਸਾਈਂ ਦੇ ਸੱਚੇ ਭਗਤ ਨੂੰ ਇੱਕ ਸੱਚੇ ਗੁਰਸਿੱਖ ਦੀ ਸੋਝੀ ਤੇ ਉਸ ਦੇ ਦਰਦ ਬਾਰੇ ਪਤਾ ਲੱਗਿਆ। ਕਿਵੇਂ ਮੀਲਾਂ ਦੂਰ ਬੈਠੇ ਇਹਨਾਂ ਦੋਵਾਂ ਇਨਸਾਨਾਂ ਦਾ ਮੇਲ ਹੋਇਆ, ਇਹ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਸੁਰਜੀਤ ਕੁਮਾਰ ਦੱਸਦੇ ਨੇ ਕਿ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਪਿਛਲੇ 50 ਸਾਲਾਂ ਤੋਂ ਰਹਿੰਦੇ ਨੇ ਅਤੇ ਉਹਨਾਂ ਦਾ ਕਾਰੋਬਾਰ ਕਾਫੀ ਜ਼ੋਰਾਂ ਦੇ ਉੱਪਰ ਹੈ। ਆਪਣੀ ਜ਼ਿੰਦਗੀ ਅਤੇ ਕਾਰੋਬਾਰ ਦੀ ਖੁਸ਼ਹਾਲੀ ਦਾ ਕਾਰਨ ਉਹ ਸਾਈਂ ਬਾਬੇ ਨੂੰ ਹੀ ਮੰਨਦੇ ਹਨ। ਸਾਈਂ ਬਾਬੇ ਦੀ ਕਿਰਪਾ ਦੇ ਨਾਲ ਹੀ ਉਹ ਗਰੀਬੀ ਦੇ ਵਿੱਚੋਂ ਉੱਠ ਕੇ ਅੱਜ ਇਸ ਮੁਕਾਮ ਤੱਕ ਪਹੁੰਚ ਚੁੱਕੇ ਨੇ। ਅਜਿਹਾ ਸੁਰਜੀਤ ਕੁਮਾਰ ਜੀ ਦਾ ਮੰਨਣਾ ਹੈ। ਉਹਨਾਂ ਦਾ ਪਰਿਵਾਰ ਖੁਸ਼ਹਾਲ ਹੈ, ਬੱਚੇ ਵੀ ਬਾਹਰ ਫੋਰਨ ਦੇ ਵਿੱਚ ਸੈੱਟ ਹਨ, ਉਹ ਸਿਰਫ ਸਾਈਂ ਬਾਬੇ ਦੀ ਕਿਰਪਾ ਕਰਕੇ। ਇਸ ਕਰਕੇ ਉਹ ਹਰ ਸਾਲ ਲੰਗਰ ਅਤੇ ਸ਼ਿਰਡੀ ਦੀ ਯਾਤਰਾ ਜ਼ਰੂਰ ਕਰਦੇ ਹਨ, ਚਾਹੇ ਜੋ ਮਰਜ਼ੀ ਹੋ ਜਾਵੇ। ਸੁਰਜੀਤ ਕੁਮਾਰ ਜੀ ਦੱਸਦੇ ਨੇ ਕਿ ਹਰ ਸਾਲ ਸਾਈਂ ਬਾਬਾ ਉਹਨਾਂ ਨੂੰ ਬੁਲਾ ਲੈਂਦੇ ਨੇ, ਪਰ ਇਸ ਵਾਰ ਸ਼ਾਇਦ ਸਾਈਂ ਬਾਬੇ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸੁਰਜੀਤ ਕੁਮਾਰ ਜੀ ਨੇ ਕਿਹਾ ਕਿ ਮੈਂ ਪਹਿਲਾਂ ਹੀ ਟਿਕਟ ਬੁੱਕ ਕਰਵਾ ਲਈ ਸੀ, ਜੋ ਕਿ ਕਨਫਰਮ ਵੀ ਹੋ ਚੁੱਕੀ ਸੀ। ਮੇਰੀ ਪਤਨੀ ਨੇ ਨਾਲ ਨਹੀਂ ਜਾਣਾ ਸੀ, ਸੋ ਮੈਂ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਲ ਹੀ ਸ਼ਿਰਡੀ ਦੀ ਯਾਤਰਾ ਦੇ ਉੱਤੇ ਜਾਣਾ ਸੀ। ਜਾਣ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ, ਪਰ ਜਾਣ ਤੋਂ 2 ਦਿਨ ਪਹਿਲਾਂ ਹੀ ਮੈਨੂੰ ਸੁਪਨੇ ਦੇ ਵਿੱਚ ਸਾਈਂ ਬਾਬੇ ਨੇ ਦਰਸ਼ਨ ਦਿੱਤੇ ਤੇ ਕਿਹਾ ਕਿ ਇਸ ਵਾਰ ਮੇਰੇ ਕੋਲ ਨਾ ਆਈ। ਜਦੋਂ ਜਾਗ ਖੁੱਲੀ ਤਾਂ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਖੁਸ਼ ਹੋਵਾਂ ਜਾਂ ਫਿਰ ਉਦਾਸ ਹੋਵਾਂ, ਕਿਉਂਕਿ ਸਾਈਂ ਬਾਬੇ ਦੇ ਦਰਸ਼ਨ ਵੀ ਹੋਏ ਸੀ ਪਰ ਸ਼ਿਰਡੀ ਜਾਣ ਤੋਂ ਮਨਾ ਵੀ ਕਰ ਦਿੱਤਾ ਸੀ। ਕੁਝ ਵੀ ਸਮਝ ਨਾ ਲੱਗਿਆ, ਪਰ ਇਹ ਤਾਂ ਇੱਕ ਸੁਪਨਾ ਹੀ ਸੀ, ਮੈਂ ਇਸ ਨੂੰ ਇਗਨੋਰ ਕੀਤਾ। ਅਗਲੇ ਦਿਨ ਫਿਰ ਉਹੀ ਹੋਇਆ। ਸਾਈਂ ਬਾਬੇ ਨੇ ਫਿਰ ਦਰਸ਼ਨ ਦਿੱਤੇ ਤੇ ਕਿਹਾ ਕਿ ਸ਼ਿਰਡੀ ਨਾ ਆਈ। ਮੈਨੂੰ ਬਹੁਤ ਅਜੀਬ ਜਿਹਾ ਲੱਗਿਆ। ਇਸ਼ਾਰਾ ਤਾਂ ਮਿਲ ਰਿਹਾ ਸੀ, ਪਰ ਸੱਚ ਮੰਨਣ ਦੇ ਵਿੱਚ ਮੁਸ਼ਕਿਲ ਹੋ ਰਹੀ ਸੀ। ਪਰ ਮੇਰੇ ਅੰਦਰ ਇੱਕ ਹੀ ਗੱਲ ਆ ਚੁੱਕੀ ਸੀ ਕਿ ਮੈਂ ਜ਼ਰੂਰ ਜਾਣਾ ਹੈ ਅਤੇ ਇਹ ਜਾਣਨਾ ਹੈ ਕਿ ਸਾਈਂ ਬਾਬਾ ਮੈਨੂੰ ਆਉਣ ਤੋਂ ਕਿਉਂ ਤੇ ਕਿਸ ਦੇ ਲਈ ਮਨਾ ਕਰ ਰਹੇ ਨੇ। ਕਿਤੇ ਨਾ ਕਿਤੇ ਇੱਕ ਵਹਿਮ ਦੇ ਵਿੱਚ ਮੈਂ ਯਾਤਰਾ ਖਰਾਬ ਨਹੀਂ ਕਰਨਾ ਚਾਹੁੰਦਾ ਸੀ। ਮੈਂ ਜਾਣ ਦਾ ਫੈਸਲਾ ਕੀਤਾ ਤੇ ਤਿਆਰੀ ਕਰਕੇ ਲੁਧਿਆਣਾ ਸਟੇਸ਼ਨ ਤੇ ਸੱਚਖੰਡ ਐਕਸਪ੍ਰੈਸ ਦੇ ਵਿੱਚ ਬੈਠ ਗਿਆ। ਜਦੋਂ ਮੈਂ ਆਪਣੀ ਸੀਟ ਦੇ ਉੱਪਰ ਗਿਆ ਤਾਂ ਦੇਖਿਆ ਕਿ ਉੱਥੇ ਪਹਿਲਾਂ ਹੀ ਇੱਕ ਬਜ਼ੁਰਗ ਜੋੜਾ ਮੇਰੀ ਸੀਟ ਦੇ ਉੱਤੇ ਬੈਠਾ ਹੋਇਆ ਹੈ। ਟ੍ਰੇਨ ਹਾਲੇ ਉੱਥੇ ਰੁਕ ਕੇ ਜਾਣੀ ਸੀ। ਮੈਂ ਉਹਨਾਂ ਨੂੰ ਕਿਹਾ ਕਿ ਬਜ਼ੁਰਗੋ, ਇਹ ਸਾਡੀ ਜਗ੍ਹਾ ਹੈ, ਕੀ ਤੁਸੀਂ ਇੱਥੋਂ ਉੱਠ ਸਕਦੇ ਹੋ? ਉਹਨਾਂ ਬਜ਼ੁਰਗਾਂ ਦੀ ਉਮਰ ਕੁਝ 75 ਤੋਂ 80 ਸਾਲਾਂ ਦੀ ਹੋਵੇਗੀ। ਮੇਰੇ ਦਿਲ ਨੂੰ ਇੱਕ ਬੜਾ ਹੀ ਜ਼ੋਰਦਾਰ ਝਟਕਾ ਲੱਗਿਆ ਜਦੋਂ ਉਸ ਬਜ਼ੁਰਗ ਨੇ ਕਿਹਾ ਕਿ ਪੁੱਤ, ਸਾਨੂੰ ਇੱਥੋਂ ਨਾ ਉਠਾ, ਮੈਂ ਆਪਣੇ ਗੁਰੂ ਦੇ ਕੋਲ ਜਾਣਾ ਹੈ। ਇੱਕ ਇਸ਼ਾਰਾ ਤਾਂ ਮੈਂ ਸਮਝ ਚੁੱਕਿਆ ਸੀ, ਪਰ ਮੈਂ ਉਹਨਾਂ ਨੂੰ ਪੁੱਛਿਆ ਕਿ ਬਜ਼ੁਰਗੋ, ਤੁਸੀਂ ਟਿਕਟ ਨਹੀਂ ਕਰਵਾਈ? ਤਾਂ ਉਹ ਕਹਿਣ ਲੱਗੇ ਕਿ ਟਿਕਟ ਤਾਂ ਹੈ ਪਰ ਕਨਫਰਮ ਨਹੀਂ ਹੈ, ਜਾਣਾ ਵੀ ਜ਼ਰੂਰ ਹੈ, ਖੜ ਕੇ ਆਪਾਂ ਜਾ ਨਹੀਂ ਸਕਦੇ। ਉਹ ਬਜ਼ੁਰਗ ਜੋੜਾ ਸੱਚਖੰਡ ਸ੍ਰੀ ਹਜੂਰ ਸਾਹਿਬ ਜਾ ਰਿਹਾ ਸੀ। ਮੈਂ ਸਾਰੀ ਗੱਲ ਜਾਣਨ ਵਾਸਤੇ ਉਹਨਾਂ ਦੇ ਕੋਲ ਬੈਠ ਗਿਆ। ਉਹਨਾਂ ਬਜ਼ੁਰਗਾਂ ਨੇ ਦੱਸਿਆ ਕਿ ਮੈਂ ਅੰਮ੍ਰਿਤਸਰ ਸਾਹਿਬ ਦੇ ਕੋਲ ਇੱਕ ਪਿੰਡ ਦੇ ਵਿੱਚ ਰਹਿੰਦਾ ਹਾਂ। ਮੇਰਾ ਨਾਮ ਸੁਰਜੀਤ ਸਿੰਘ ਹੈ ਤੇ ਇਹ ਮੇਰੀ ਪਤਨੀ ਹੈ, ਜੋ ਸ਼ਾਇਦ ਕਿਸੇ ਵੀ ਵੇਲੇ ਇਸ ਦੁਨੀਆ ਨੂੰ ਛੱਡ ਕੇ ਜਾਣ ਵਾਲੀ ਹੈ। ਮੇਰੇ 2 ਪੁੱਤਰ ਸੀ ਜੋ ਕਿ ਮਰ ਚੁੱਕੇ ਨੇ। ਹੁਣ ਆਪਾਂ ਇੱਕ ਦੂਜੇ ਦਾ ਸਹਾਰਾ ਹਾਂ। ਮੇਰੀ ਪਤਨੀ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਹੈ ਤੇ ਉਸ ਦੀ ਇੱਕੋ ਇੱਕ ਇੱਛਾ ਹੈ ਕਿ ਉਹ ਹਜੂਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਆਪਣੇ ਪ੍ਰਾਣ ਛੱਡੇ। ਹੁਣ ਇਸ ਉਮਰ ਦੇ ਵਿੱਚ ਹੋਰ ਤਾਂ ਕੁਝ ਪੂਰਾ ਨਹੀਂ ਕਰ ਸਕਦਾ, ਕਮ ਸੇ ਕਮ ਆਪਣੀ ਪਤਨੀ ਦੀ ਆਖਰੀ ਇੱਛਾ ਤਾਂ ਪੂਰੀ ਕਰ ਸਕਦਾ ਹਾਂ, ਕਿਉਂਕਿ ਜਦੋਂ ਤੋਂ ਮੇਰੇ ਪੁੱਤਰਾਂ ਦੀ ਮੌਤ ਹੋਈ ਹੈ ਉਦੋਂ ਤੋਂ ਹੀ ਬਿਲਕੁਲ ਟੁੱਟ ਚੁੱਕੀ ਹੈ। ਟਿਕਟ ਬੁੱਕ ਕਰਵਾਈ ਸੀ ਪਰ ਸੀਟ ਕਨਫਰਮ ਨਹੀਂ ਹੋਈ। ਪਤਾ ਨਹੀਂ ਟਿਕਟ ਕਦੋਂ ਕਨਫਰਮ ਹੋਵੇਗੀ ਤੇ ਸ਼ਾਇਦ ਇੰਨਾ ਸਮਾਂ ਮੇਰੀ ਪਤਨੀ ਦੇ ਕੋਲ ਨਹੀਂ ਹੈ ਤੇ ਨਾ ਹੀ ਸ਼ਾਇਦ ਮੇਰੇ ਕੋਲ। ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਸੀ ਕਿ ਤੁਹਾਡਾ ਭਾਣਾ ਮੰਨਦੇ ਆਏ ਹਾਂ, ਹੁਣ ਇੱਥੇ ਵੀ ਕਿਰਪਾ ਕਰੋ। ਇੱਕ ਵਿਸ਼ਵਾਸ ਸੀ ਤਾਂ ਮੈਂ ਬਿਨਾਂ ਸੋਚੇ ਸਮਝੇ ਟ੍ਰੇਨ ਦੇ ਵਿੱਚ ਆ ਗਿਆ ਆਪਣੀ ਪਤਨੀ ਦੇ ਨਾਲ, ਇਹ ਸੋਚ ਕੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਹੀ ਇੰਤਜ਼ਾਮ ਕੀਤਾ ਹੋਵੇਗਾ ਸਾਡੇ ਦੋਨਾਂ ਦੇ ਲਈ। ਮੈਂ ਉਹਨਾਂ ਦੀ ਸਾਰੀ ਗੱਲਬਾਤ ਸੁਣੀ ਤੇ ਹੁਣ ਤੱਕ ਮੈਂ ਸਮਝ ਚੁੱਕਿਆ ਸੀ ਕਿ ਸਾਈਂ ਬਾਬੇ ਨੇ ਕਿਉਂ ਮੈਨੂੰ ਸ਼ਿਰਡੀ ਆਉਣ ਤੋਂ ਮਨਾ ਕੀਤਾ ਸੀ। ਮੈਂ ਬਜ਼ੁਰਗਾਂ ਨੂੰ ਕਿਹਾ ਕਿ ਬਜ਼ੁਰਗੋ, ਮੇਰਾ ਨਾਮ ਵੀ ਸੁਰਜੀਤ ਕੁਮਾਰ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੁਹਾਡੇ ਬੈਠਣ ਤੇ ਯਾਤਰਾ ਦਾ ਇੰਤਜ਼ਾਮ ਵੀ ਕਰ ਦਿੱਤਾ ਹੈ। ਤੁਸੀਂ ਆਰਾਮ ਦੇ ਨਾਲ ਇੱਥੇ ਯਾਤਰਾ ਕਰੋ। ਤੁਸੀਂ ਮੇਰੀ ਇਹ ਟਿਕਟ ਫੜ ਲਵੋ ਅਤੇ ਮੇਰੀ ਹੀ ਸੀਟ ਦੇ ਉੱਤੇ ਸਫ਼ਰ ਕਰੋ। ਮੈਂ ਉਹਨਾਂ ਨੂੰ ਕੁਝ ਖਾਣ ਪੀਣ ਦਾ ਸਮਾਨ ਤੇ ਕੁਝ ਪੈਸੇ ਵੀ ਦਿੱਤੇ, ਜੋ ਕਿ ਮੈਂ ਸਾਈਂ ਬਾਬਾ ਦੇ ਚਰਨਾਂ ਦੇ ਵਿੱਚ ਦਾਨ ਕਰਨੇ ਸੀ, ਕਿਉਂਕਿ ਹੁਣ ਮੈਨੂੰ ਇੱਕ ਪਰਮਾਤਮਾ ਦੀ ਸਮਝ ਆ ਚੁੱਕੀ ਸੀ। ਬਜ਼ੁਰਗਾਂ ਨੂੰ ਕਿਹਾ ਕਿ ਤੁਸੀਂ ਹਜੂਰ ਸਾਹਿਬ ਜਾਓ, ਦਰਸ਼ਨ ਕਰੋ ਤੇ ਆਪਣੀ ਵਾਈਫ ਦੀ ਆਖਰੀ ਇੱਛਾ ਨੂੰ ਪੂਰੀ ਕਰੋ, ਕਿਉਂਕਿ ਉਹਨਾਂ ਦੀ ਪਤਨੀ ਸੀਟ ਦੇ ਉੱਤੇ ਲੇਟੀ ਹੋਈ ਸੀ, ਜੋ ਕਿ ਕਾਫੀ ਖਰਾਬ ਹਾਲਤ ਦੇ ਵਿੱਚ ਸੀ। ਮੈਂ ਉਹਨਾਂ ਨੂੰ ਕਿਹਾ ਕਿ ਗੁਰੂ ਸਾਹਿਬ ਤੁਹਾਡੀ ਉਡੀਕ ਕਰ ਰਹੇ ਨੇ। ਸੋ ਉੱਥੋਂ ਮੈਂ ਵਾਪਿਸ ਆ ਗਿਆ। ਇਹ ਵੀ ਵਿਸ਼ਵਾਸ ਹੋ ਗਿਆ ਕਿ ਸਾਈਂ ਬਾਬਾ ਸੱਚ ਵਿੱਚ ਹੀ ਮੈਨੂੰ ਦਰਸ਼ਨ ਦਿੱਤੇ ਸੀ। ਮੈਂ ਘਰ ਆ ਗਿਆ ਤੇ ਮੇਰੀ ਪਤਨੀ ਘਰ ਦੇ ਵਿੱਚ ਇਕੱਲੀ ਸੀ, ਕਿਉਂਕਿ ਮੇਰੇ ਬੱਚੇ ਦੋਨੇ ਫੋਰਨ ਦੇ ਵਿੱਚ ਰਹਿੰਦੇ ਨੇ। ਮੈਂ ਸਾਰੀ ਗੱਲਬਾਤ ਆਪਣੀ ਪਤਨੀ ਨੂੰ ਦੱਸੀ। ਉਸਨੇ ਕਿਹਾ ਕਿ ਪਰਮਾਤਮਾ ਜੋ ਵੀ ਕਰਦਾ ਹੈ
ਭਲੀ ਕਰਕੇ ਹੀ ਜਾਣਦਾ ਹੈ। ਉਹ ਕੁਝ ਵੀ ਗਲਤ ਨਹੀਂ ਕਰਦਾ। ਇਸ ਦੇ ਵਿੱਚ ਸਾਡਾ ਹੀ ਕੋਈ ਫਾਇਦਾ ਹੋਵੇਗਾ। ਇੰਨੀ ਗੱਲ ਕਰਕੇ ਕੁਝ ਸਮੇਂ ਬਾਅਦ ਮੇਰੀ ਪਤਨੀ ਵਾਸ਼ਰੂਮ ਚਲੀ ਗਈ। ਕਾਫੀ ਸਮਾਂ ਮੇਰੀ ਪਤਨੀ ਵਾਸ਼ਰੂਮ ਦੇ ਵਿੱਚੋਂ ਬਾਹਰ ਨਹੀਂ ਆਈ। ਮੈਨੂੰ ਸ਼ੱਕ ਹੋਇਆ ਤਾਂ ਮੈਂ ਉਸ ਨੂੰ ਆਵਾਜ਼ ਲਗਾਈ, ਪਰ ਕੋਈ ਜਵਾਬ ਨਹੀਂ ਆਇਆ। ਮੈਂ ਦਰਵਾਜ਼ਾ ਖੜਕੜਾਇਆ ਪਰ ਕੋਈ ਜਵਾਬ ਨਹੀਂ ਆਇਆ। ਜਿਸ ਤੋਂ ਬਾਅਦ ਆਪਾਂ ਦਰਵਾਜ਼ਾ ਤੋੜਿਆ ਤੇ ਮੇਰੀ ਪਤਨੀ ਉੱਥੇ ਡਿੱਗੀ ਪਈ ਸੀ। ਉਸ ਨੂੰ ਸ਼ਾਇਦ ਅਟੈਕ ਆਇਆ ਸੀ। ਮੈਂ ਉਸ ਨੂੰ ਚੁੱਕਿਆ ਤੇ ਹਸਪੀਟਲ ਲੈ ਕੇ ਗਿਆ। ICU ਦੇ ਵਿੱਚ 4 ਦਿਨ ਰੱਖਿਆ ਗਿਆ, ਜਿਸ ਤੋਂ ਬਾਅਦ ਉਹ ਨਾਰਮਲ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਜੇਕਰ ਥੋੜੀ ਵੀ ਦੇਰ ਹੋ ਜਾਂਦੀ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ। ਹੁਣ ਮੈਂ ਸੋਚਿਆ ਕਿ ਜੋ ਵੀ ਪਰਮਾਤਮਾ ਕਰਦਾ ਹੈ ਸਾਡੇ ਭਲੇ ਲਈ ਹੀ ਕਰਦਾ ਹੈ, ਕਿਉਂਕਿ ਜੇਕਰ ਮੈਂ ਸ਼ਿਰਡੀ ਚਲਿਆ ਜਾਂਦਾ ਤੇ ਸ਼ਾਇਦ ਉਹ ਬਜ਼ੁਰਗ ਜੋੜੇ ਦੀ ਇੱਛਾ ਕਦੀ ਪੂਰੀ ਨਾ ਹੁੰਦੀ ਤੇ ਮੇਰੀ ਪਤਨੀ ਵੀ ਇਸੇ ਤਰ੍ਹਾਂ ਵਾਸ਼ਰੂਮ ਦੇ ਵਿੱਚ ਪਈ ਮਰ ਜਾਂਦੀ ਤੇ ਮੈਨੂੰ 10 ਦਿਨ ਉਸ ਦੀ ਮੌਤ ਦੀ ਖਬਰ ਤੱਕ ਨਹੀਂ ਲੱਗਦੀ। ਸੋ ਇਸ ਤਰ੍ਹਾਂ ਪਰਮਾਤਮਾ ਨੇ ਮੇਰੀ ਪਤਨੀ ਤੇ ਉਸ ਬਜ਼ੁਰਗ ਜੋੜੇ ਦੀ ਸੁਣੀ ਵੀ ਤੇ ਕੋਲ ਖੜ ਕੇ ਪੂਰੀ ਵੀ ਕੀਤੀ। ਸੋ ਜ਼ਿੰਦਗੀ ਤੋਂ ਨਿਰਾਸ਼ ਨਾ ਹੋਵੋ, ਵਿਸ਼ਵਾਸ ਰੱਖੋ, ਪਰਮਾਤਮਾ ਕੋਲ ਆ ਕੇ ਸੁਣੇਗਾ। ਉਹ ਉਹੀ ਕਰੇਗਾ ਜੋ ਤੁਹਾਡੇ ਲਈ ਸਹੀ ਹੋਵੇਗਾ।